ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੈ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਿਆਈ ਭਗਤ ਵਚਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਹਮ ਅਵਗੁਣ ਭਰੇ ਏਕ ਗੁਣ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਸਤ ਦਾਰਾ ਸਿਉ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ
ਇਕ ਅਰਦਾਸ ਪਾਟ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸਰਨਾਏ। ਸੁਖੋ ਟਲ ਗੁਰ ਸੇਵੀਐ, ਅਹਨਿਸ ਸਹਿਜ ਦਰਸ਼ਨ ਪਰਸਿਐ, ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਬਦੀ, ਨੂਰ ਅਰਸੋ ਕੁਰਸੋ ਚਟਿਆ। ਪਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦੈ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੇ ਮਹੱਲਾ ਪੰਜਵਾ। ਉਲਟੇ ਰੇ ਮਨ ਉਲਟੇ ਰੇ, ਸਾਕਤ ਸਿਉ ਕਰ ਉਲਟੇ ਰੇ। ਝੂਠੈ ਕੀ ਰੇ ਝੂਠ ਪ੍ਰੇਤ, ਛੁਟਕੇ ਰੇ ਮਨ ਛੁਟਕੇ ਰੇ। ਸਾਕਤ ਸੰਗ ਨ ਛੁਟਕੇ ਰੇ, ਉਲਟੇ ਰੇ ਮਨ ਉਲਟੇ ਰੇ। ਸਾਕਤ ਸਿਉ ਕਰ ਉਲਟੇ ਰੇ, ਝੂਠੈ ਕੀਰੇ ਝੂਠ ਪ੍ਰੇਤ। ਛੁਟਕੇ ਰੇ ਮਨ ਛੁਟਕੇ ਰੇ, ਸਾਕਤ ਸੰਗ ਨ ਛੁਟਕੇ ਰੇ। ਰਹਾਉ ਜਿਉ ਕਾਜਰ ਭਰ ਮੰਦਰ ਰਾਖਿਓ, ਜੋ ਪੈਸਾ ਕਾਲੂ ਖੀਰੇ। ਦੂਰ ਹੋਈ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੇ ਤ੍ਰਿਕੁਟੇ ਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨ ਜੁਟ ਸਿਰੇ। ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪੱਗਾ ਹੇਠ ਰੁਲ ਸਿਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨ ਜੁਟ ਸਿਰੇ। ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪੱਗਾ ਹੇਠ ਰੁਲ ਸਿਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਇਹਨਾਂ ਗੁਰੂ ਬਚਨਾਂ ਅਨੁਸਾਰ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਜੀਵਨ ਵਿੱਚ ਇੱਕ ਐਸਾ ਇਸ਼ਨਾਨ ਹੈ ਜਿਹੜਾ ਬੰਦਾ
ਖੁਸ਼ੀ ਨਾਲ ਕਰਦਾ ਹੈ। ਉਸ ਇਸ਼ਨਾਨ ਨੂੰ ਉਹ ਆਪ ਵੇਖਦਾ ਹੈ। ਵੈਸੇ ਤਾਂ ਦੁਨਿਆਵੀ ਤੌਰ ਤੇ 3 ਇਸ਼ਨਾਨ ਮੰਨੇ ਹਨ। ਪਹਿਲਾ ਇਸ਼ਨਾਨ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ। ਦੂਜਾ ਇਸ਼ਨਾਨ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ। ਤੀਜਾ ਇਸ਼ਨਾਨ ਜਦੋਂ ਕੋਈ ਪ੍ਰਾਣੀ ਸ਼ਾਂਤ ਹੁੰਦਾ ਹੈ। ਇਹ 3 ਇਸ਼ਨਾਨ ਹਨ। 2 ਇਸ਼ਨਾਨ ਉਹਨਾਂ ਦੀ ਕਿਸੇ ਨੂੰ ਸੋਝੀ ਨਹੀਂ ਹੁੰਦੀ। ਬੱਚਾ ਜੰਮਿਆ, ਉਹਨੂੰ ਕੀ ਪਤਾ ਮੇਰਾ ਇਸ਼ਨਾਨ ਕੌਣ ਕਰਵਾ ਰਿਹਾ, ਕਿੰਨੇ ਕਰਵਾਇਆ ਹੈ। ਜਦੋਂ ਕੋਈ ਪ੍ਰਾਣੀ ਸ਼ਾਂਤ ਹੋਇਆ, ਉੱਥੇ ਵੀ ਕੋਈ ਸੋਝੀ ਨਹੀਂ, ਕੋਈ ਖਬਰ ਨਹੀਂ। ਜਦੋਂ ਕਿਸੇ ਦਾ ਆਨੰਦ ਕਾਰਜ ਹੁੰਦਾ ਹੈ, ਉਸ ਤੋਂ ਪਹਿਲਾਂ ਵਟਣਾ ਮਲ ਕੇ ਇਸ਼ਨਾਨ ਕਰਾਇਆ ਜਾਂਦਾ ਹੈ। ਉਹ ਇਸ਼ਨਾਨ ਦੀ ਕਿਤਨੀ ਖੁਸ਼ੀ ਹੁੰਦੀ ਹੈ। ਅੱਜ ਦੁਨੀਆ ਇਸ ਖੁਸ਼ੀ ਨੂੰ ਮਨਾ ਰਹੀ ਹੈ। ਭਾਵ ਕਹਿਣ ਦਾ ਗੁਰੂ ਨਾਨਕ ਮਹਾਰਾਜ ਜੀ ਦਾ ਵਿਆਹ ਪੁਰਬ। ਆਪ ਸਮੂਹ ਸੰਗਤਾਂ ਨੂੰ ਇਸ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਇਹ ਕੋਈ ਦੁਨਿਆਵੀ ਵਿਆਹ ਨਹੀਂ, ਇਹ ਸਾਨੂੰ ਸਿੱਖਿਆ ਦੇਣ ਵਾਲਾ ਵਿਆਹ ਹੈ। ਇਹ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੀ ਪਹਿਲਾਂ ਰੋਕ ਲੱਗੀ ਹੋਈ ਸੀ, ਉਸ ਰੋਕ ਨੂੰ ਤੋੜਿਆ। ਕਿ ਪਹਿਲਾਂ ਇਹ ਸੀ ਕੋਈ ਸਾਧੂ ਮਹਾਤਮਾ, ਕੋਈ ਜੋਗੀ ਸੰਨਿਆਸੀ ਬੈਰਾਗੀ ਵਿਆਹ ਨਹੀਂ ਕਰਾਉਂਦੇ ਸੀ। ਕਿ ਜਿਹੜਾ ਭਗਤੀ ਦੇ ਮਾਰਗ ਵੱਲ ਤੁਰ ਪਿਆ, ਉਹਦੇ ਲਈ ਨਿਯਮ ਬਣ ਗਏ ਵੀ ਇਹਨੇ ਵਿਆਹ ਨਹੀਂ ਕਰਾਉਣਾ। ਕਿ ਇਸਤਰੀ ਬੰਧਨ ਰੂਪ ਹੈ, ਮਾਇਆ ਬੰਧਨ ਰੂਪ ਹੈ, ਗ੍ਰਸਤੀ ਧਰਮ ਦੁੱਖ ਦੇਣ ਵਾਲਾ ਹੈ। ਸਮਾਜ ਨੇ ਸਮਝ ਲਿਆ। ਤਾਂ ਹੀ ਤਾਂ ਵੱਡੇ ਵੱਡੇ ਸਿੱਧਨਾਥ ਵਿਆਹ ਦਾ ਨਾਮ ਲੈਂਦੇ ਹੀ ਜੰਗਲਾਂ ਵਿੱਚ ਭੱਜ ਜਾਂਦੇ ਸਨ। ਇਹ ਨਹੀਂ, ਇਹ ਕੰਮ ਨਹੀਂ ਕਰਨਾ। ਉਹ ਜੰਗਲਾਂ ਵਿੱਚ ਜਾ ਕੇ, ਪਹਾੜਾਂ ਦੇ ਕੰਧਾਂ ਵਿੱਚ ਜਾ ਕੇ, ਗੁਫਾਵਾਂ ਵਿੱਚ ਜਾ ਕੇ, ਉੱਥੇ ਵੀ ਜੇ ਮਨ ਸ਼ਾਂਤ ਨਾ ਹੋਇਆ, ਫਿਰ ਕਾਹਦਾ ਖਾਲਸਾ ਜੀਓ ਬੇਹੰਗਮ ਬਿਰਤੀ ਧਾਰਨ ਕਰ ਲਈ। ਨਾਲ ਹੀ ਜਿਨ੍ਹਾਂ ਦੇ ਘਰੋਂ ਮੰਗਣਾ ਹੈ, ਪ੍ਰਸ਼ਾਦਾ ਛਕਣਾ ਹੈ, ਢਿੱਡ ਭਰਨਾ ਹੈ, ਫਿਰ ਉਹਨਾਂ ਦੇ ਘਰ ਹੀ ਜਾ ਕੇ ਖਾਲਸਾ ਜੀਓ ਦਰ ਦਰ ਤੇ ਮੰਗਣਾ ਪੈਂਦਾ ਹੈ। ਕਿ ਦੁਨੀਆ ਕਹਿੰਦੀ ਸੀ ਗ੍ਰਸਤੀ ਬਹੁਤ ਬੁਰੇ ਹਨ। ਜਿਹੜੇ ਇਹ ਸਿੱਧ ਨਾਥ ਜੋਗੀ, ਉਦੋਂ ਇਹਨਾਂ ਦਾ ਬੜਾ ਰਿਵਾਜ ਸੀ ਖਾਲਸਾ ਜੀ। ਇਹ ਕਹਿੰਦੇ ਸੀ ਨਾ ਭਾਈ ਵਿਆਹ ਨਾ ਕਰਵਾਈ। ਆਪਣੇ ਚੇਲੇ ਨੂੰ ਉਹਨਾਂ ਦੇ ਕੰਨਾਂ 'ਚ ਮੁੰਦਰਾ ਪਾ ਦਿੰਦੇ ਸਨ, ਆਪਣਾ ਲਿਬਾਸ ਦਿੰਦੇ, ਜਾ ਭਾਈ ਪਹਿਲਾਂ ਆਪਣੇ ਘਰ ਹੀ ਮੰਗ ਕੇ ਲਿਆ। ਆਖੋ ਸ੍ਰੀ ਵਾਹਿਗੁਰੂ। ਸਭ ਤੋਂ ਪਹਿਲਾਂ ਕਿਸੇ ਜੋਗੀ ਮਹਾਤਮਾ ਨੂੰ ਆਪਣੇ ਘਰ ਹੀ ਮੰਗ ਕੇ ਲਿਆਉਂਦੇ ਸਨ। ਜਾਓ ਮੰਗ ਕੇ ਲਿਆਓ। ਪਟਿਆਲੇ ਸ਼ਹਿਰ ਵਿੱਚ ਇੱਕ ਮਹਾਂਪੁਰਖ ਹੋਏ, ਰਹਿੰਦੇ ਸਨ ਮਾਲਵੇ ਦੇ ਇਲਾਕੇ 'ਚ। ਇਹ ਮਾਨਸਾ ਬਠਿੰਡੇ ਜ਼ਿਲ੍ਹੇ ਵਿੱਚ। ਬਹੁਤ ਬੰਦਗੀ ਵਾਲੇ ਹੋਏ। ਉਹ ਹੋਏ ਇਸਤਰੀ, ਬੀਬੀ ਇਸਤਰੀ ਜਾਮਾ, ਬਹੁਤ ਬੰਦਗੀ ਵਾਲੇ। ਵਿਆਹ ਹੋਇਆ,
ਸਹੁਰਿਆਂ ਦੇ ਘਰ ਪਹੁੰਚੇ। ਉੱਥੇ ਆਪਣਾ ਸਾਰਾ ਕੰਮ ਵੀ ਕਰਨਾ, ਫਰਜ਼ ਨਿਭਾਉਣਾ, ਰੱਬ ਦੀ ਬੰਦਗੀ ਕਰਨੀ, ਸਾਰੇ ਕੰਮ ਵੀ ਨਿਭਾਉਣੇ। ਇਹਨੇ ਵੀ ਕੰਮ ਤੋਂ ਕੁਤਰਾਈ ਕਰਨੀ ਤੇ ਗੁਰਦੁਆਰੇ ਜਾਣਾ, ਉੱਥੇ 2-2 ਘੰਟੇ ਚੌਂਕੜਾ ਮਾਰ ਕੇ ਰੱਬ ਦੇ ਵਿੱਚ ਲੀਨ ਰਹਿਣਾ। ਹੁਣ ਸਹੁਰਾ ਪਰਿਵਾਰ ਇਸ ਗੱਲ ਤੋਂ ਅਲਰਜੀ ਕਰਦਾ ਸੀ। ਇਹਦਾ ਸਾਰਾ ਦਿਨ ਹੀ ਭਜਨ ਕਰੀ ਜਾਂਦੀ ਏ। ਹੁਣ ਭਜਨ ਵਿਖਦਾ, ਘਰ ਦੇ ਕੰਮ ਨਹੀਂ ਵਿਖਦੇ ਉਹਨਾਂ ਨੂੰ। ਜਿਹਨੂੰ ਅਲਰਜੀ ਹੋਵੇ ਨਾ, ਉਹ ਕਿਸੇ ਗੱਲ ਤੋਂ ਪਕੜ ਲੈਂਦਾ ਹੈ। ਹੁਣ ਜਿਹੜੇ ਘਰ ਦੇ ਕੰਮ ਕਰਨੇ, ਪਰਿਵਾਰ ਨੂੰ ਖੁਸ਼ ਰੱਖਣਾ, ਉਹ ਧਿਆਨ ਨਹੀਂ ਉਹਨਾਂ ਦਾ। ਉਹਨਾਂ ਦੀ ਬਿਰਤੀ ਮਹਾਤਮਾ ਪੁਰਖ ਦੀ ਟਿਕੀ ਹੋਈ ਸੀ। ਅਖੀਰ ਤੇ ਤੰਗ ਆ ਕੇ ਸਹੁਰੇ ਵਾਲੇ ਨੇ ਕਹਿਤਾ ਵੀ ਜਾ ਭਾਈ ਤੂੰ ਆਪਣੇ ਘਰ ਜਾ। ਕਹਿੰਦੇ 7 ਵਚਨ ਜੀ। ਉਹਨੇ ਦੇਖਿਆ ਮੇਰਾ ਕਸੂਰ ਨਹੀਂ ਹੈ, ਸਾਰੇ ਫਰਜ਼ ਨਿਭਾਉਂਦੀਆਂ, ਪਰ ਇਹਨਾਂ ਨੂੰ ਭਗਤੀ ਦੀ ਸਮਝ ਨਹੀਂ। ਕਹਿੰਦੇ ਠੀਕ ਹੈ ਜੀ। ਆਪਣਾ ਬੈਗ ਚੁੱਕ ਕੇ ਚਲੀ ਗਈ ਆਪਣੇ ਪੇਕਿਆਂ ਦੇ ਘਰ। ਪਿਤਾ ਦੇ ਘਰ ਪਹੁੰਚੀ। ਪਿਤਾ ਕਹਿਣ ਲੱਗਾ ਬੇਟਾ ਠੀਕ ਹੈ, तेरी अवस्था जैसी है वैसी बनी रहे, पर अपने घर दे भी कोई नियम है, मर्यादा है कि जो एक बारी बेटी व्याही जावे मुड़ के नहीं वापस आउंदी। बेटी हुण तू भगती कर लै, चल भजन ही कर लै। हुण बेटी भजन विच लीन तां होई, कोई महात्मा पुरख लभदी सी, कोई चंगा पुरख लभ जावे, मैनूं जोड़ दवे। लभदे लभदे एक महात्मा लभ्या। महात्मा कोल पहुंची, कहन लगी महात्मा जी वो रस्ता विखा दो। महात्मा कहन लगे बेटी जुड़ना बड़ा औखा है। कहन लगी जी कोशिश करांगी, रब दी मेहर होवेगी, तुहाडी प्रेरणा होवेगी। बेटी 3 गल्लां मननियां पैणगियां। 7 बचन जी। पहली गल, कपड़े पुरखां वाले पाने पैणगे। कहण लगे मंजूर है। दूजा, जिवें भगती करावांगा उवें करनी पैनी है। मंजूर है जी। तीजा, सब तो पहला भिखिया अपने घर मंगनी है। आखो सतनाम श्री वाहिगुरू। अपने पेके घर ते सोहरे घर सब तो पहली भिखिया इत्थे मंगनी है। ये बड़ी औखी परीक्षा सी। कहंदी मंजूर है जी। चलो कपड़े पा ले पुरखां वाले, त्यार बर त्यार सिंह सज गए। हुण भिखिया किथे मंगण जा रहे? पहले अपने पेके घर ते फिर सोहरे घर। पता लग जावे भी ये हुण दुनियावी तौर ते तुहाडे वल्लों मर गए हन, रूहानी तौर ते जीण लगे हन। तीजा, हुण बंदगी कित्थे करदे? किकर दा दरखत जिथे कीड़े ही कीड़े हो, उत्थे चढ़ जा बेटी, रब नूं याद करी जा। 8-8 घंटे 10 घंटे लगातार भुखे रह के दुख सहन करके कीड़े चिमड़ते हैं, परवाह नहीं करते। बहुत समा बतीत होया। महात्मा कहने के बेटी बस हो गया, जा आनंद मान। वो बेटी आई, मालवे तो पटियाले शहर विच आके निवास किया उन्हें।
ਜਿੱਥੇ ਗੁਰਮਤਿ ਕਾਰਜ ਹੈ ਨਾ, ਉਹਦੇ ਪਿੱਛੇ ਸਥਾਨ ਹੈ। ਉਸ ਅਸਥਾਨ ਤੇ ਉਹ ਮਹਾਤਮਾ ਪੁਰਖ ਹੈ ਇਸਤਰੀ ਜਾਮਾ, ਪਰ ਰੱਬ ਦੇ ਪਿਆਰੇ ਉੱਥੇ ਨਿਵਾਸ ਕਰਦੇ ਰਹੇ। ਖਾਲਸਾ ਜੀ, ਕਹਿਣ ਦਾ ਭਾਵ ਗ੍ਰਸਤੀ ਜੀਵਨ ਵਿੱਚ ਵੀ ਖਾਲਸਾ ਜੀਓ ਉਹ ਰੱਬ ਦੇ ਪਿਆਰੇ ਬੰਦਗੀ ਕਰਦੇ ਹਨ, ਭੱਜ ਕੇ ਨਹੀਂ ਜਾਂਦੇ। ਪਰ ਜੇ ਬੰਦਗੀ ਵਿੱਚ ਲੀਨ ਹੋਣ, ਜਿਵੇਂ ਕੋਈ ਕਹਿ ਦੇਵੇ ਸੱਤ ਬਚਨ ਜੀ, ਬੰਦਗੀ ਕਰਨੀ ਇਹ ਹੈ ਔਖੀ, ਕਠਨ ਘਾਟੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦੇ ਪਿਆਰੇ ਗ੍ਰਸਤੀ ਜੀਵਨ ਤੋਂ ਭੱਜੇ ਨਹੀਂ, ਦੌੜੇ ਨਹੀਂ, ਉਸ ਨੂੰ ਠੁਕਰਾਇਆ ਨਹੀਂ, ਉਸ ਨੂੰ ਕਬੂਲ ਕੀਤਾ। ਜੇ ਕਿਸੇ ਨੇ ਪਸੰਦ ਨਾ ਕੀਤਾ, ਸਤ ਬਚਨ ਜੀ। ਐਸੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭਾਈ ਐ ਸਿੱਧੂ, ਤੁਸੀਂ ਜਿਨ੍ਹਾਂ ਦੇ ਘਰ ਮੰਗਣ ਜਾਂਦੇ ਹੋ ਉਹ ਵੀ ਤਾਂ ਗ੍ਰਸਤੀ ਹਨ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਆਪ ਇਹ ਸ਼ੁਰੂਆਤ ਕੀਤੀ ਕਿ ਆਪਣੇ ਜੀਵਨ ਵਿੱਚ ਮਹਾਰਾਜ ਜੀ ਨੇ ਗ੍ਰਸਤ ਧਰਮ ਧਾਰਨ ਕੀਤਾ। ਖਾਲਸਾ ਜੀਓ, ਤੇ ਪਾਤਸ਼ਾਹ ਸ੍ਰੀ ਸੁਲਤਾਨਪੁਰ ਲੋਧੀ ਇੱਥੇ ਨਿਵਾਸ ਕਰਦੇ ਹਨ, ਮੋਦੀ ਖਾਨਾ। ਇਹਨਾਂ ਤੋਂ ਪਹਿਲਾਂ ਇਹਨਾਂ ਦੀ ਵੱਡੀ ਭੈਣ ਸੀ ਬੇਬੇ ਨਾਨਕੀ ਜੀ, ਉਹਨਾਂ ਦਾ ਵਿਆਹ ਵੀ ਇੱਥੇ ਹੋਇਆ ਸੀ ਭਾਈਆ ਜੈਰਾਮ ਜੀ ਨਾਲ। ਤੇ ਉਹਨਾਂ ਦੇ ਕੋਲ ਹੀ ਗੁਰੂ ਨਾਨਕ ਮਹਾਰਾਜ ਖਾਲਸਾ ਜੀ ਮੋਦੀ ਖਾਨੇ ਵਿੱਚ ਕਾਰ ਕਰਦੇ ਹਨ, ਦਸਾਂ ਨੌਂ ਦੀ ਕਿਰਤ ਕਰਦੇ ਹਨ। ਪਿਤਾ ਜੀ ਨੇ ਕਈ ਵਾਰੀ ਸੋਚਿਆ ਵੀ ਹੁਣ ਤਾਂ ਬੇਟਾ ਕਮਾਉਣ ਲੱਗ ਗਿਆ ਹੈ, ਇਹਨਾਂ ਦਾ ਵਿਆਹ ਕਰ ਦਈਏ। ਤੇ ਕਈ ਵਾਰੀ ਆਖਿਆ ਭਾਈਆ ਜੈਰਾਮ ਜੀ ਤੁਸੀਂ ਰਿਸ਼ਤਾ ਵੇਖੋ, ਕੋਈ ਵਿਆਹ ਕਰੀਏ ਗੁਰੂ ਨਾਨਕ ਜੀ ਦਾ। ਉਹਨਾਂ ਤਾਂ ਨਾਨਕ ਕਹਿਣਾ ਸੀ, ਅਸੀਂ ਸਤਿਕਾਰ ਵਜੋਂ ਕਹਿਣਾ ਗੁਰੂ ਨਾਨਕ ਜੀ। ਚਲੋ ਲੱਭਦੇ ਲੱਭਦੇ ਇੱਕ ਰਿਸ਼ਤਾ ਲੱਭਿਆ, ਪੱਖੋਂ ਕੇ ਰੰਧਾਵੇ, ਮੂਲ ਚੰਦ ਅਤੇ ਚੰਦੋ ਰਾਣੀ ਜੀ ਦੀ ਬੇਟੀ ਹੈ ਬੀਬੀ ਸੁਲੱਖਣੀ। ਉੱਥੇ ਰਿਸ਼ਤਾ ਲੱਭਿਆ। ਰਿਸ਼ਤਾ ਕਰਨ ਲਈ ਭਾਈ ਮਰਦਾਨਾ ਜੀ ਨਾਲ ਗਏ, ਰਿਸ਼ਤਾ ਕਰਕੇ ਆਏ। ਮਰਦਾਨਾ ਜੀ ਕਹਿਣ ਲੱਗੇ, ਨਾਨਕ ਜੀ, ਜਜਮਾਨ ਜੀ ਵਧਾਈਆਂ ਹੋਣ। ਪਾਤਸ਼ਾਹ ਕਹਿੰਦੇ, ਕਿਸ ਗੱਲ ਦੀ ਵਧਾਈਆਂ ਭਾਈ? ਕਹਿੰਦੇ ਜੀ ਤੁਹਾਡਾ ਰਿਸ਼ਤਾ ਕਰਕੇ ਆਏ ਹਾਂ। ਪਾਤਸ਼ਾਹ ਕਹਿੰਦੇ ਭਲਾ ਹੋਵੇ। ਮਹਾਰਾਜ ਦੇਖੋ ਹਰ ਗੱਲ ਤੇ ਕਹਿੰਦੇ ਭਲਾ ਹੋਵੇ। ਇੱਥੇ ਉਹ ਖੁਸ਼ੀ ਨਹੀਂ ਜਿਹੜੀ ਦੁਨਿਆਵੀ ਖੁਸ਼ੀ ਹੁੰਦੀ ਹੈ, ਭਲਾ ਹੋਵੇ ਜੀ। ਭਲਾ ਰੱਬ ਦੇ ਭਾਣੇ ਵਿੱਚ ਹੀ ਹੈ ਨਾ, ਭਲਾ ਹੋਵੇ। ਤੇ ਜਮਾਨ ਜੀ ਕੁਝ ਦਵੋ, ਕੋਈ ਝੋਲੀ ਭਰੋ। ਪਾਤਸ਼ਾਹ ਕਹਿੰਦੇ ਮਰਦਾਨਿਆ ਕੀ ਲੈਣਾ ਹੀ? ਪ੍ਰਧਾਨਾ ਸੋਚੀ ਪੈ ਗਿਆ ਵੀ ਹੁਣ ਖੁਸ਼ੀ ਆਈ ਹੈ, ਕੀ ਮੰਗਾ? ਸੋਚਦਾ 2 ਸੇਰ ਆਟਾ, ਫਲਾਣੀ ਚੀਜ਼ ਇਹ ਮੰਗ ਕੇ ਘਰ ਭੇਜ ਦੇਵਾਂ। ਪਾਤਸ਼ਾਹ ਕਹਿੰਦੇ ਰੁਕ ਜਾ ਮਰਦਾਨਿਆ, ਤੂੰ ਨਾ ਸੋਚ ਕੁਛ, ਤੇਰੀ ਮੰਗ ਥੋੜੀ ਹੈ। ਬੰਦੇ ਦਾ ਜੀਵਨ ਦਾ ਦਾਇਰਾ ਹੋਵੇ ਨਾ, ਉਸਨੇ ਦਾਇਰੇ ਅਨੁਸਾਰ ਮੰਗਦਾ ਹੈ। ਤੈਨੂੰ ਜੋ ਚੀਜ਼ ਅੱਜ ਦਵਾਂਗੇ ਉਹ ਕਦੀ ਮਿਲਦੀ ਨਹੀਂ ਹੋਣੀ ਕਿਸੇ ਤੋਂ, ਨਾ ਕਿਸੇ ਕੋਲ ਵਸਤੂ ਹੋਵੇਗੀ। ਕਹਿੰਦਾ ਸਤ ਬਚਨ ਜੀ। ਮਰਦਾਨਿਆ ਝੋਲੀ ਕਰ। ਪਾਤਸ਼ਾਹ ਨੇ ਰੂਹਾਨੀ ਤੌਰ ਤੇ ਲੈ ਮਰਦਾਨਿਆ, ਕੀਰਤਨ ਦੀ ਦਾਤ ਤੇਰੀ ਝੋਲੀ ਵਿੱਚ ਪਾ ਰਹੇ ਆ। ਰੱਬ ਦੀ ਕੀਰਤੀ ਕਰਨੀ ਇਹ ਤੇਰੇ ਹਿੱਸੇ ਆ ਗਈ ਹੈ। ਹੁਣ ਤੇਰੇ ਕੋਲ ਇਹ ਦਾਤ ਹੈ, ਇਹ ਕਿਸੇ ਕੋਲ ਨਹੀਂ। ਖਾਲਸਾ ਜੀਓ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਵਿਆਹ। ਜਦੋਂ ਵਿਆਹ ਦੀ ਖੁਸ਼ੀ ਦਾ ਖਾਲਸਾ ਜੀ ਸੁਨੇਹਾ ਮਿਲੇ ਨਾ, ਤੇ ਬੰਦਾ ਰੱਬ ਦਾ ਕੀਰਤਨ ਕਰੇ, ਰੱਬ ਦਾ ਜਸ ਕਰ। ਰੱਬ ਜੀ ਤੇਰਾ ਸ਼ੁਕਰ ਹੈ, ਬਸ ਰੱਬ ਜੀ ਤੇਰੀ ਬਖਸ਼ਿਸ਼ ਹੈ।
ਇਸ ਤਰ੍ਹਾਂ ਬਾਦਸ਼ਾਹ ਨੇ ਪਹਿਲੀ ਦਾਤ ਇਹ ਵੰਡੀ ਖਾਲਸਾ ਜੀਓ। ਸਮੇਂ ਅਨੁਸਾਰ ਸਮਾਂ ਬੀਤਦਾ ਗਿਆ, ਵਿਆਹ ਦਾ ਦਿਨ ਨੇੜੇ ਆ ਗਿਆ। ਉਧਰੋਂ ਸੁਲਤਾਨਪੁਰ ਲੋਧੀ ਇੱਥੋਂ ਬਰਾਤ ਜਾਣੀ ਸੀ ਤੇ ਇੱਥੋਂ ਹੀ ਖਾਲਸਾ ਸਾਰੀ ਸੰਗਤਾਂ ਇਕੱਠੀਆਂ ਹੋਣੀਆਂ ਸਨ। ਉਧਰ ਮਾਤਾ ਤ੍ਰਿਪਤਾ ਜੀ, ਪਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਆਪ ਤਾਂ ਨਹੀਂ ਆਏ, ਉਹਨਾਂ ਨੇ ਆਪਣੇ ਸਾਰਾ ਸਮਾਨ ਭੇਜਿਆ ਵੀ ਜੋ ਸਮਾਨ ਚਾਹੀਦਾ ਲੈ ਜਾਓ। ਉਧਰ ਖਾਲਸਾ ਜੀਓ ਗੁਰੂ ਨਾਨਕ ਮਹਾਰਾਜ ਦੇ ਮਾਮਾ ਜੀ, ਨਾਨਾ ਜੀ ਇਹ ਸਾਰੇ ਆਏ। ਮਾਤਾ ਤ੍ਰਿਪਤਾ ਜੀ ਉਦੋਂ ਬੀਬੀ ਤੌਰ ਤੇ ਖਾਲਸਾ ਜੀ ਮਾਤਾ ਘਰ ਰਹਿੰਦੀ ਸੀ, ਉਹ ਤਾਂ ਨਹੀਂ ਆਏ, ਪਰ ਸੁਲਤਾਨਪੁਰ ਲੋਧੀ ਆ ਕੇ ਨਿਵਾਸ ਕਰ ਲਿਆ ਉਹਨਾਂ ਨੇ। ਇੱਥੇ ਆ ਕੇ ਫਿਰ ਵਾਪਸ ਚਲੇ ਗਏ ਸਨ। ਇਸ ਤਰ੍ਹਾਂ ਸਾਰੀ ਜਦੋਂ ਇੱਥੇ ਖਾਲਸਾ ਜੀ ਮੇਲ ਮਿਲਾਪ ਇਕੱਠਾ ਹੋਇਆ ਤੇ ਇੱਥੋਂ ਬਰਾਤ ਗਈ ਸੁਲਤਾਨਪੁਰ ਲੋਧੀ ਤੋਂ ਪੱਖੋ ਕੇ ਰੰਧਾਵੇ ਪਟਾਲਾ, ਉਸ ਪਾਸੇ ਵੱਲ ਬਰਾਤ ਜਾ ਰਹੀ ਹੈ। ਹੁਣ ਲਾੜੇ ਧੰਨ ਗੁਰੂ ਨਾਨਕ ਮਹਾਰਾਜ, ਲਾੜੀ ਜੀਵ ਆਤਮਾ ਬੀਬੀ ਸੁਲੱਖਣੀ ਜੀ ਨੂੰ ਵਿਆਹਣ ਜਾ ਰਹੇ ਖਾਲਸਾ ਜੀ। ਸਮਾਂ ਹੈ 1487 ਈਸਵੀ ਦਾ। ਅੱਜ ਤੋਂ 2 ਦਿਨ ਪਹਿਲਾਂ ਬਰਾਤ ਗਈ। ਉਦੋਂ ਬਰਾਤ 3 ਦਿਨ ਰਹਿੰਦੀ ਸੀ ਖਾਲਸਾ ਜੀ। 2 ਦਿਨ ਪਹਿਲਾਂ ਬਰਾਤ ਗਈ, ਸਾਰੇ ਸਜ ਧਜ ਕੇ ਜਾ ਰਹੇ, ਪਰ ਗੁਰੂ ਨਾਨਕ ਮਹਾਰਾਜ ਵੀ ਸਜ ਧਜ ਕੇ, ਪਰ ਅੰਦਰੋਂ ਅਕਾਲ ਪੁਰਖ ਪਰਮਾਤਮਾ ਰੂਪ ਹਨ। ਪੈਂਡਾ ਦਰ ਪੈਂਡਾ ਤੈਅ ਕਰਦੇ ਜਾਈ ਜਾ ਰਹੇ। ਪਹੁੰਚ ਗਏ ਸੁਲਤਾਨਪੁਰ ਤੋਂ ਅੱਗੇ ਤੁਰਦੇ ਤੁਰਦੇ ਬਟਾਲੇ ਦੇ ਕੋਲ। ਉੱਥੇ ਪਹੁੰਚੇ, ਸਾਰਾ ਮਿਲਾਪ ਹੋਇਆ, ਮਿਲਣੀ ਹੋਈ ਤੇ ਬਰਾਤ ਨੇ ਟੁਕਾਵ ਕੀਤਾ ਖਾਲਸਾ ਜੀ। ਟੁਕਾਵ ਹੋ ਕੇ ਜਲ ਪਾਣੀ ਛਕਿਆ, ਖੁਸ਼ੀਆਂ ਮਨਾਈਆਂ, ਇੱਕ ਦੂਜੇ ਨੂੰ ਮਿਲੇ। ਫਿਰ ਸਮਾਂ ਹੋ ਗਿਆ ਖਾਲਸਾ ਜੀ ਲੰਗਰ ਪਾਣੀ ਦਾ, ਪ੍ਰਸ਼ਾਦਾ ਪਾਣੀ ਛਕਿਆ। ਛਕ ਕੇ ਫਿਰ ਉਦੋਂ ਖਾਲਸਾ ਜੀਓ ਜਦੋਂ ਆਨੰਦ ਕਾਰਜ ਹੁੰਦੇ, ਵਿਆਹ ਹੁੰਦੇ, ਰਾਤ ਨੂੰ ਹੁੰਦੇ ਸਨ। ਅੱਖੋ ਸਤਨਾਮ। ਰਾਤ ਨੂੰ ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸਨ, 12-1 ਵਜੇ ਜਾਂ 2 ਵਜੇ। ਉਸ ਵੇਲੇ ਆਨੰਦ ਕਾਰਜ ਹੋਏ ਗੁਰੂ ਨਾਨਕ ਪਾਤਸ਼ਾਹ ਦੇ। ਹੁਣ ਤੁਹਾਡੇ ਮਨਾਂ ਚ ਆਵੇਗਾ ਉਦੋਂ ਲਾਵਾਂ ਤੇ ਹੈ ਨਹੀਂ ਸੀ, ਲਾਵਾਂ ਤੇ ਉਚਾਰਨ ਕੀਤੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੇ। ਉਹ ਪਾਤਸ਼ਾਹ ਤੇ ਪਹਿਲਾਂ ਹੀ ਆਨੰਦ ਸਰੂਪ ਸਨ ਖਾਲਸਾ ਜੀ। ਅਕਾਲ ਪੁਰਖ ਪ੍ਰਮਾਤਮਾ ਉਹਨਾਂ ਦੇ ਜਦੋਂ ਫੇਰੇ ਹੋਏ ਖਾਲਸਾ ਜੀ, ਮਾਤਾ ਸੁਲੱਖਣੀ ਜਨ, ਧੰਨ ਮਾਤਾ ਸੁਲੱਖਣੀ ਜੀ, ਜਿਹੜੇ ਪਿਛਲੇ ਜਨਮਾਂ ਦੀ ਬਹੁਤ ਵੱਡੀ ਕਮਾਈ ਤੇ ਹੋਰ ਗੁਰੂ ਨਾਨਕ ਮਹਾਰਾਜ ਜੀ ਦੇ ਸੰਗੀ ਸਾਥੀ ਬਣੇ। ਇਹ ਵੀ ਧੰਨ ਹੈ ਖਾਲਸਾ ਜੀ। ਐਵੇਂ ਕਿਸੇ ਦਾ ਮਿਲਾਪ ਨਹੀਂ ਹੁੰਦਾ, ਦੋਵਾਂ ਜੀਵਾਂ ਦਾ ਮਿਲਾਪ ਹੁੰਦਾ, ਪਿਛਲੇ ਜਨਮਾਂ ਦੀ ਬੰਦਗੀ ਹੈ ਖਾਲਸਾ ਜੀ। ਧੰਨ ਮਾਤਾ ਸੁਲੱਖਣੀ ਜੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅੱਜ ਦੇ ਦਿਹਾੜੇ ਖਾਲਸਾ ਜੀਓ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਹੋਇਆ 1487 ਈਸਵੀ ਨੂੰ, ਤੇ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਸਭ ਦੇ ਮਨ ਵਿੱਚ ਇਹੀ ਹੈ ਵੀ ਇਹ ਜੋੜੀ ਜੁਗੋ ਜੁਗ ਜਿੰਦੀ ਰਵੇ। ਭਾਵੇਂ ਕਲਗੀਧਰ ਪਾਤਸ਼ਾਹ ਨੇ ਬਾਅਦ ਵਿੱਚ ਲਿਖਿਆ, ਦੇਹ ਅਸੀਸ ਕਹਿ ਜਗਦੀਸ਼, ਇਹ ਜੋਰੀ ਜੀਐ ਜੁਗ ਚਾਰ ਤਿਹਾਰੀ। ਪਰ ਉਦੋਂ ਵੀ ਸਭ ਤੇ ਜ਼ੁਬਾਨ ਤੇ ਸੀ, ਸਭ ਅਸੀਸਾਂ ਦੇ ਰਹੇ ਹਨ, ਪਰ ਇਹ ਜੋੜੀ ਤਾਂ ਖਾਲਸਾ ਜੁਗੋ ਜੁਗ ਅਟਲ ਰਹੇਗੀ, ਹਮੇਸ਼ਾ ਰਹੇਗੀ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ। ਫਿਰ ਮਹਾਰਾਜ ਜੀ ਉੱਥੇ ਹੀ ਰਹੇ। ਉੱਥੇ ਹੁਣ ਬੀਬੀਆਂ ਨੇ ਆਪਣਾ ਕੰਮ ਕਰਨਾ ਸੀ। ਬੀਬੀਆਂ ਨੇ ਚਲਾਕੀ ਸੋਚੀ
ਵੀ ਇਸ ਲਾੜੇ ਨਾਲ ਥੋੜਾ ਮਖੌਲ ਤਾਂ ਕਰੀਏ। ਇੱਕ ਕੱਚੀ ਕੰਧ ਉਹਦੇ ਕੋਲ ਗੁਰੂ ਨਾਨਕ ਮਹਾਰਾਜ ਨੂੰ ਬਿਠਾਉਣ ਲੱਗੇ। ਇਹ ਕੰਧ ਇਹਨਾਂ ਉੱਤੇ ਗੇਰ ਦੇਵਾਂਗੇ, ਚਲੋ ਮਖੌਲ ਹੋਵੇਗਾ ਇਹਨਾਂ ਦਾ। ਇੱਕ ਬਜ਼ੁਰਗ ਮਾਤਾ ਉਹਨੇ ਸੁਣ ਲਿਆ, ਉਹਨੂੰ ਕਦਰ ਸੀ ਗੁਰੂ ਨਾਨਕ ਪਾਤਸ਼ਾਹ ਦੀ, ਜਾਣਦੀ ਸੀ ਪਰਮੇਸ਼ਰ ਹਨ। ਚਲੋ ਬੀਬੀਆਂ ਇਕੱਠੀਆਂ ਕਰਕੇ ਗੁਰੂ ਨਾਨਕ ਮਹਾਰਾਜ ਨੂੰ ਉਸ ਕੰਧ ਦੇ ਕੋਲ ਬਿਠਾਉਣ ਲੱਗੀਆਂ। ਉਹ ਮਾਤਾ ਕਹਿਣ ਲੱਗੀ, ਨੀ ਬੇਟਾ ਇੱਥੇ ਨਾ ਬੈਠ, ਇਹ ਬੜੀ ਚਲਾਕ ਹਨ, ਇਹ ਤੇਰੇ ਉੱਤੇ ਕੰਧ ਘੇਰ ਦੇਣਗੀਆਂ। ਪਾਤਸ਼ਾਹ ਕਹਿਣ ਲੱਗੇ, ਮਾਤਾ ਫਿਕਰ ਨਾ ਕਰ, ਇਹ ਕੋਈ ਐਸੀ ਵੈਸੀ ਕੰਧ ਨਹੀਂ, ਇਹ ਵਿਸ਼ਵਾਸ ਦੀ ਕੰਧ ਹੈ, ਭਰੋਸੇ ਦੀ ਕੰਧ ਮਾਤਾ ਨਹੀਂ ਗਿਰਦੀ। ਇਹ ਸਮੇਂ ਤੱਕ ਰਹੇਗੀ, ਯੁਗਾਂ ਤੱਕ ਇਹ ਕੰਧ ਰਹੇਗੀ। ਤੇ ਅੱਜ ਵੀ ਖਾਲਸਾ ਜੋ ਉਹ ਕੰਧ ਉਸੇ ਤਰ੍ਹਾਂ ਸਹੀ ਸਲਾਮਤ ਬਰਕਰਾਰ ਹੈ। ਭਾਵ ਵਿਆਹ ਦੀ ਕੰਧ ਇੱਕ ਭਰੋਸੇ ਦੀ ਕੰਧ ਹੈ ਖਾਲਸਾ ਜੀਓ। ਭਰੋਸਾ ਹੀ ਹੋਣਾ ਕਿ ਪਤਨੀ ਕੰਮ ਤੇ ਗਿਆ ਹੈ ਤੇ ਪਤੀ ਕੰਮ ਤੇ ਪਤਨੀ ਘਰ ਹੈ, ਭਰੋਸਾ ਇੱਕ ਦੂਜੇ ਤੇ। ਇੱਕ ਨੇ ਕਹੀ ਦੂਜੇ ਨੇ ਮਾਨੀ, ਇਹ ਵਿਆਹ ਹੈ ਖਾਲਸਾ ਜੀਓ। ਗੁਰੂ ਪਾਤਸ਼ਾਹ ਤੇ ਭਰੋਸਾ ਰੱਖਣਾ ਇਹ ਵਿਆਹ ਹੈ। ਕਿ ਗੁਰੂ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਜਿਤਨਾ ਵਿਸ਼ਵਾਸ ਰੱਖਦਾ ਹੈ ਪ੍ਰਮਾਤਮਾ ਉੱਤੇ, ਇਹੀ ਤਾਂ ਵਿਆਹ ਹੈ, ਮਿਲਾਪ ਹੋਣਾ ਹੈ। ਐ ਮਾਤਾ, ਇਹ ਵਿਸ਼ਵਾਸ ਦੀ ਕੰਧ ਕਦੇ ਨਹੀਂ ਡਿੱਗੇਗੀ ਖਾਲਸਾ ਜੀਓ। ਪਾਤਸ਼ਾਹ ਬੈਠੇ ਪਰ ਕੰਧ ਨਹੀਂ ਡਿੱਗੀ ਖਾਲਸਾ ਜੀਓ। ਧੰਨ ਸਭ ਨੇ ਆਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਨਾਨਕ ਮਹਾਰਾਜ। ਇਸ ਤਰ੍ਹਾਂ ਮਹਾਰਾਜ ਜੀ ਨੇ ਉੱਥੇ ਬਹੁਤ ਭਾਣੇ ਵਰਤਾਏ ਖਾਲਸਾ ਜੀਓ। ਸ੍ਰੀ ਗੁਰਦੁਆਰਾ ਕੰਧ ਸਾਹਿਬ ਬਟਾਲਾ ਦੀ ਧਰਤੀ, ਜਿੱਥੇ ਅੱਜ ਬਹੁਤ ਵੱਡਾ ਜੋੜ ਮੇਲ ਮਨਾਇਆ ਜਾ ਰਿਹਾ ਹੈ, ਤੇ ਉੱਥੇ 3 ਦਿਨ ਬਰਾਤ ਰਹਿ ਕੇ ਵਾਪਸ ਹੁਣ ਖਾਲਸਾ ਵਿਦਾਇਗੀ ਹੋ ਰਹੀ ਹੈ। ਪਿਤਾ ਮੂਲ ਚੰਦ ਜੀ ਪਾਤਸ਼ਾਹ ਦੇ ਜੋ ਸਹੁਰਾ ਸਾਹਿਬ ਹਨ, ਮਾਤਾ ਚੰਦੂ ਰਾਣੀ ਜੀ ਜੋ ਸੱਸ ਹਨ, ਦੋਵਾਂ ਨੇ ਆਪਣੀ ਧੀ ਨੂੰ ਤੋਰਿਆ, ਮਾਤਾ ਸੁਲੱਖਣੀ ਜੀ ਨੂੰ ਤੋਰਿਆ ਖਾਲਸਾ ਜੀਓ। ਹੁਣ ਇਹ ਲਾਡ ਪਿਆਰ ਤਾਂ ਹੁੰਦਾ ਹੀ ਹੈ ਨਾ, ਸਮਾਜ ਦੀ ਰੀਤੀ ਹੈ। ਅਸੀਂ ਉਸ ਮਰਿਆਦਾ ਤੋਂ ਬਰਕਰਾਰ ਨਹੀਂ ਹੋ ਸਕਦੇ। ਅੱਜ ਕੱਲ੍ਹ ਕਹਿੰਦੇ ਜੀ ਕੀ ਲੋੜ ਹੈ ਜੀ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਜੋ ਸਮਾਜ ਦੀ ਮਰਿਆਦਾ ਹੈ ਉਹ ਦੁਨੀਆ ਕਰਦੀ ਹੈ, ਪਰ ਮਹਾਰਾਜ ਤਾਂ ਆਪਣੇ ਆਪ ਚ ਲੀਨ ਹਨ ਖਾਲਸਾ ਜੀਓ। ਉਹ ਮਰਿਆਦਾ ਕਰਕੇ ਪਾਤਸ਼ਾਹ ਨੇ ਖਾਲਸਾ ਜੀ ਬਰਾਤ ਤੋਰੀ ਤੇ ਪੈਂਡਾ ਦਰ ਪੈਂਡਾ ਤੈਅ ਕਰਦੇ ਹੋਏ ਮਹਾਰਾਜ ਵਾਪਸ ਸੁਲਤਾਨਪੁਰ ਲੋਧੀ ਆ ਕੇ ਪੜਾ ਕੀਤਾ ਮਹਾਰਾਜ ਜੀ ਨੇ। ਇੱਥੇ ਆ ਕੇ ਖਾਲਸਾ ਜੀ, ਬੇਬੇ ਨਾਨਕੀ ਜੀ, ਹੋਰ ਬੀਬੀਆਂ ਨੇ ਖੁਸ਼ੀਆਂ ਮਨਾਈਆਂ, ਆਨੰਦ ਮਨਾਇਆ ਖਾਲਸਾ ਜੀਓ। ਐਸੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਰੀ ਦੁਨੀਆ ਦੇ ਦਾਤੇ, ਅੱਜ ਉਹਨਾਂ ਦਾ ਆਨੰਦ ਕਾਰਜ ਹੋਇਆ। ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਖਾਲਸਾ ਜੀਓ। ਫਿਰ ਜਾਣੀਏ ਮਹਾਰਾਜ ਜੀ ਨੇ ਇਹ ਮਰਿਆਦਾ ਤੋਰੀ ਹੈ ਕਿ ਕਿਸੇ ਮਹਾਤਮਾ ਪੁਰਸ਼ ਲਈ ਘਰ ਛੱਡਣਾ ਜ਼ਰੂਰੀ ਨਹੀਂ, ਉਹ ਘਰ ਗ੍ਰਸਤੀ ਵਿੱਚ ਹੀ ਰੱਬ ਨੂੰ ਪਾ ਸਕਦਾ ਹੈ। ਵਿੱਚੇ ਮਾਇਆ ਪਾਇਆ, ਇਹ ਦੁਨੀਆ ਜਿਹੜੀ ਹੈ ਗ੍ਰਸਤੀ ਜੀਵਨ ਮਾਇਆ ਰੂਪ ਹੈ। ਇਸ ਮਾਇਆ ਵਿੱਚ ਰੱਬ ਨੂੰ ਪਾਣਾ ਹੈ ਖਾਲਸਾ। ਇੱਥੇ ਬੈਠ ਕੇ ਬੰਦਗੀ ਕਰਨੀ ਹੈ। ਅੱਖੋ ਸਤਨਾਮ। ਜੇ ਕਹਿ ਲੋ ਜੀ ਆਪਣੇ ਮਾਂ ਪਿਓ ਦਾ ਕਰਜ਼ ਕਿਵੇਂ ਲਾ ਸਕਦੇ ਹਾਂ ਅਸੀਂ? ਕੋਈ ਪੁੱਛੇ ਜੀ, ਇੱਕ ਰਿਣ ਹੁੰਦਾ ਹੈ ਮਾਤਾ ਪਿਤਾ ਦਾ ਰਿਣ, ਉਹ ਕਰਜ਼ਾ ਕਿਵੇਂ ਲਾ ਸਕਦੇ ਆ? ਮਾਂ ਪਿਓ ਨੇ ਸਾਨੂੰ ਪਾਲਿਆ, ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਪੈਰਾਂ ਤੇ ਖੜਾ ਕੀਤਾ। ਜੇ ਕੋਈ ਕਹੇ ਜੀ ਮੈਂ ਕਰਜ਼ਾ ਲਾ ਦੇਵਾਂ ਉਹਨਾਂ ਦਾ, ਨਹੀਂ ਲਾ ਸਕਦਾ। ਫਿਰ ਕੋਈ ਤਰੀਕਾ ਤਾਂ ਹੋਵੇਗਾ। ਇੱਕ ਜੁਗਤੀ ਹੈ,
ਕਿ ਜਦੋਂ ਖਾਲਸਾ ਜੀ ਕਿਸੇ ਦਾ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਬੱਚੇ ਹੁੰਦੇ, ਉਤਨੀ ਪਰਵਰਿਸ਼ ਬੱਚਿਆਂ ਦੀ ਕਰੇ, ਤਾਂ ਹੀ ਤਾਂ ਖਾਲਸਾ ਜੀ ਉਸ ਕਰਜ਼ੇ ਤੋਂ ਮੁਕਤ ਹੋ ਸਕਦਾ ਹੈ। ਉਤਨੀ ਪਰਵਰਿਸ਼ ਮਾਂ ਪਿਓ ਦੀ ਸੇਵਾ ਨਾਲ ਤੇ ਉਤਨੀ ਪਰਵਰਿਸ਼, ਉਤਨੀ ਪਾਲਣਾ ਬੱਚਿਆਂ ਦੀ ਵੀ ਕਰੇ। ਜੇ ਵਿਆਹ ਕਰੇ ਹੀ ਨਾ ਤੇ ਖਾਲਸਾ ਜੀ ਫਿਰ ਕਾਹਦਾ ਖਾਲਸਾ ਕਰਜ਼ਾ ਲਾਵੇਗਾ, ਉਹ ਕਾਹਦੀ ਪਰਵਰਿਸ਼ ਕਰੇਗਾ। ਪਾਤਸ਼ਾਹ ਨੇ ਸਾਨੂੰ ਇਹ ਵੀ ਸਿਖਾਇਆ ਹੈ। ਇਹ ਨਾ ਆਖੇ ਫਿਰ ਮਨ ਚ ਹੰਕਾਰ ਕਿ ਮੈਂ ਕਰਜ਼ਾ ਲਾਤਾ, ਫਿਰ ਵੀ ਮਾਣ ਨਾ ਹੋਵੇ। ਮਾਣ ਨਹੀਂ ਕਰਨਾ ਖਾਲਸਾ ਜੀ, ਇਹ ਮਾਣ ਹੀ ਮਾਰਦਾ ਹੈ। ਫਿਰ ਵੀ ਕਵੇ ਰੱਬ ਜੀ ਜੋ ਤੁਸੀਂ ਕਰਾ ਰਹੇ ਹੋ ਭਲਾ ਹੈ। ਐਸੇ ਪਾਤਸ਼ਾਹ ਨੇ ਇਹ ਗ੍ਰਸਤੀ ਮਰਿਆਦਾ ਤੋਰੀ। 10 ਪਾਤਸ਼ਾਹੀਆਂ ਖਾਲਸਾ ਜੀਓ ਗ੍ਰਸਤੀ ਆਸ਼ਰਮ ਵਿੱਚ ਧਰਮ ਵਿੱਚ ਪ੍ਰਵੇਸ਼ ਕੀਤਾ। ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ, ਲਿਖਦੇ ਭਾਈ ਗੁਰਦਾਸ ਜੀ ਕਿ ਸਾਰੇ ਧਰਮਾਂ ਚੋਂ ਗ੍ਰਸਤ ਧਰਮ ਸਭ ਤੋਂ ਸ੍ਰੇਸ਼ਟ ਹੈ, ਪ੍ਰਧਾਨ ਹੈ, ਜਿੱਥੋਂ ਸਭ ਨੂੰ ਵਰਸਾਇਆ ਜਾਂਦਾ ਹੈ। ਖਾਲਸਾ ਜੀ ਦੁਨੀਆ ਦੇ ਸਮਾਜ ਵਿੱਚ 4 ਆਸ਼ਰਮ ਮੰਨੇ ਹਨ। ਪਹਿਲਾ ਹੈ ਬ੍ਰਹਮਚਾਰੀ, ਦੂਜਾ ਹੈ ਗ੍ਰਸਤ, ਤੀਜਾ ਹੈ ਖਾਲਸਾ ਜੀ ਸੰਨਿਆਸ ਤੇ ਚੌਥਾ ਹੈ ਬਾਣਪ੍ਰਸਤ। ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਗ੍ਰਸਤ ਧਰਮ ਵਿੱਚ ਪਹਿਲਾ ਜਿਹੜਾ ਬ੍ਰਹਮਚਾਰੀ ਹੈ, ਉਹਨੇ ਵੀ ਤਾਂ ਇੱਥੋਂ ਲੰਗਰ ਪਾਣੀ ਛਕਣਾ ਹੈ। ਕਿਸੇ ਬੱਚੇ ਨੇ ਮਾਪਿਓ ਤੋਂ ਹੀ ਖਾਲਸੇ ਆਪਣੀ ਪਰਵਰਿਸ਼ ਕਰਾਣੀ ਹੈ। ਜਿਹੜਾ ਸੰਨਿਆਸੀ ਹੈ ਉਹਨੂੰ ਵੀ ਇੱਥੋਂ ਛਕਣਾ ਹੈ। ਜਿਹੜਾ ਬਾਣਪ੍ਰਸਤੀ ਹੈ ਉਹਨੇ ਵੀ ਇੱਥੋਂ ਛਕਣਾ ਹੈ। ਭਾਵ ਇੱਥੋਂ ਸਾਰੇ ਵਰਸਾਏ ਜਾਂਦੇ ਹਨ। ਇਹ ਗ੍ਰਸਤ ਧਰਮ ਸਭ ਤੋਂ ਵੱਡਾ ਹੈ। ਦੂਜੀ ਗੱਲ, ਗ੍ਰਸਤੀ ਵਿੱਚ ਬੈਠ ਕੇ ਖਾਲਸਾ ਤਾਂ ਹੀ ਪਾਤਸ਼ਾਹ ਨੇ ਆਖਿਆ ਤੁਸੀਂ 2.5 ਘੰਟੇ ਸਿਮਰਨ ਕਰ ਲਓ, ਬੜਾ ਹੋ ਜਾਏਗਾ। ਤੇ ਕਿਸੇ ਮਹਾਤਮਾ ਲਈ 10-10 ਘੰਟੇ ਲਗਾਤਾਰ ਸਿਮਰਨ ਕਰਨਾ ਪਵੇਗਾ। ਸਾਨੂੰ ਛੋੜ ਦਿੱਤੀ ਮਹਾਰਾਜ ਜੀ ਨੇ, ਕਹਿੰਦੇ ਦਸਵੰਧੀ ਕਰ ਲਓ ਭਾਈ, 2.5 ਘੰਟੇ ਬੜਾ ਹੈ। ਤੇ ਮਹਾਤਮਾ ਲਈ, ਵਿਹੰਗਮਾ ਲਈ 10-10, 12-12 ਘੰਟੇ, 18-18 ਘੰਟੇ ਨਾਮ ਜਪਣਾ ਪੈਂਦਾ ਹੈ ਨਾ ਛੂਟ। ਫਿਰ ਪਤਾ ਵੀ ਇਹਨਾਂ ਨੇ ਕੰਮ ਕਾਜ ਵੀ ਕਰਨੇ ਹਨ, ਹੋਰ ਧੰਦੇ ਵੀ ਕਰਨੇ, ਚਲੋ ਛੂਟ ਦੇ ਦਿਓ ਇਹਨਾਂ ਨੂੰ। ਇਸ ਕਰਕੇ ਪਾਤਸ਼ਾਹ ਨੇ ਸਾਨੂੰ ਛੂਟ ਵੀ ਦਿੱਤੀ ਹੈ ਗ੍ਰਸਤੀਆਂ ਨੂੰ ਖਾਲਸਾ ਜੀ। ਪਰ ਮਹਾਰਾਜ ਦੀ ਮਰਿਆਦਾ ਵੀ ਤੋਰੀ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ ਹੈ। ਸਭ ਤੋਂ ਜ਼ਿਆਦਾ ਅੱਜ ਕੱਲ੍ਹ ਪ੍ਰਬਲ ਇਹੀ ਹੈ ਕਾਮ ਦੀ ਵਾਸ਼ਨਾ, ਤੇ ਉਹਨੂੰ ਮਹਾਰਾਜ ਨੇ ਬੰਦੇਜ ਵਿੱਚ ਪਾਇਆ। ਖਾਲਸਾ ਜੀ ਬੰਦੇਜ ਕਹਿੰਦੇ ਕਾਬੂ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰਹਿਤਨਾਮੇ ਦੇ ਵਚਨ ਤੇ ਨਾਲ ਹੀ ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਕਿ ਭਾਈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਹੀ ਜ਼ਿਕਰ ਕੀਤਾ ਹੈ। ਕਈ ਕਿੰਤੂ ਕਰਦੇ ਚਰਿੱਤਰਾਂ ਬਾਰੇ, ਉਹ ਜਿਹਨਾਂ ਨੇ ਚਿੱਤਰ ਚੰਗੀ ਤਰ੍ਹਾਂ ਪੜ੍ਹੇ ਨਹੀਂ, ਉਹ ਪਤਾ ਲੱਗਦਾ ਹੈ ਵੀ ਕਿਹੜੀ ਕਿਹੜੀ ਕਿੱਥੇ ਵਾਸ਼ਨਾ ਤੰਗ ਕਰਦੀ। ਖਾਲਸਾ ਜੀਓ ਸਭ ਤੋਂ ਜ਼ਿਆਦਾ ਅੱਜ ਕੱਲ ਇਹੀ ਬਿਰਤੀ ਪ੍ਰਚਲਿਤ ਹੈ, ਕਾਮ ਦੀ ਬਿਰਤੀ, ਤੇ ਇਸ ਤੋਂ ਬਚਾਇਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਤੇ ਬਾਣੀ ਵਿੱਚ ਵੀ ਥਾਂ ਥਾਂ ਤੇ ਇਹੀ ਸੰਕੇਤ ਹੈ, ਮਨਾ ਬਚ ਕੇ ਰਹੀ, ਅਰਦਾਸ ਕਰੀ ਜਾ, ਰੱਬ ਜੀ ਤੁਸੀਂ ਬਚਾਓ, ਸਾਡੇ ਹੱਥ ਨਹੀਂ। ਖਾਲਸਾ ਜੀਓ ਇਹ ਪਾਤਸ਼ਾਹ ਕਿਰਪਾ ਕਰਨ। ਆਓ ਅੱਜ ਦਾ ਪਾਵਨ ਮੁਖ ਵਾਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਤਰਨ ਗਗਨ ਨਵਖੰਡ ਮਹਿ ਜੋ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਪਰਮੇਸ਼ਰ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ ਮਨ ਨੂੰ ਸਿੱਖਿਆ ਦੇ ਰਹੇ ਹਨ ਕਿ ਮਨਾ ਕਿਵੇਂ ਬਚ ਕੇ ਰਹਿਣਾ ਹੈ, ਕਿਵੇਂ ਆਪਣੀ ਬਿਰਤੀ ਨੂੰ ਸਾਕਤ ਤੋਂ, ਮਨਮੁਖਾਂ ਤੋਂ, ਵਿਸ਼ੇ ਵਿਕਾਰਾਂ ਤੋਂ ਸੰਕੋਚਣਾ ਹੈ। ਆਓ ਇਸ ਵਿਚਾਰ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ।
ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ। ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੇ ਮਹੱਲਾ ਪੰਜਵਾ। ਉਲਟੇ ਰੇ ਮਨ ਉਲਟੇ ਰੇ। ਦੇਵ ਗੰਧਾਰੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ, ਉਲਟੀ ਕੀ ਹੈ? ਉਲਟ ਜਾਣਾ, ਆਪਣਾ ਮੁਖ ਮੋੜ ਲੈਣਾ, ਪਲਟ ਜਾਣਾ। ਐ ਮੇਰੇ ਮਨ, ਜਿੱਥੇ ਤੇਰਾ ਨੁਕਸਾਨ ਹੋਵੇ ਨਾ ਉੱਥੇ ਮੁਖ ਮੋੜ ਲਈ। ਬੰਦੇ ਨੂੰ ਕੀ ਪਤਾ ਲੱਗਦਾ ਹੈ ਕਿੱਥੇ ਨੁਕਸਾਨ ਹੈ ਕਿੱਥੇ ਫਾਇਦਾ ਹੈ? ਬੰਦਾ ਤੇ ਦੇਖਦਾ ਮਾਇਆ ਕਿੱਧਰੋਂ ਆ ਰਹੀ ਹੈ, ਸੁੱਖ ਕਿੱਧਰੋਂ ਮਿਲਦਾ ਹੈ, ਉਧਰ ਭਜਦਾ ਹੈ। ਉਧਰੋਂ ਬੰਦਾ ਮੁਖ ਨਹੀਂ ਮੋੜਦਾ ਤੇ ਪ੍ਰਮਾਤਮਾ ਦੀ ਕਿਰਪਾ ਵੱਲੋਂ ਬੰਦਾ ਮੁਖ ਮੋੜ ਲੈਂਦਾ ਹੈ। ਪਾਤਸ਼ਾਹ ਕਹਿੰਦੇ ਨਾ ਬੰਦਿਆ, ਉਲਟੀ ਰੇ ਮਨ ਉਲਟੀ ਰੇ। ਐ ਮੇਰੇ ਮਨ, ਜੋ ਤੇਰੀ ਅਵਸਥਾ ਨੂੰ ਭੈੜੇ ਪਾਸੇ ਲੈ ਜਾਂਦੇ ਹਨ, ਉਹਨਾਂ ਤੋਂ ਬਦਲ, ਆਪਣੇ ਆਪ ਨੂੰ ਬਦਲ ਕੇ ਲਿਆ। ਜਿਹੜੀਆਂ ਮਨ ਦੀਆਂ ਤਰੰਗਾਂ ਹਨ, ਮਨ ਦੀਆਂ ਵਾਸ਼ਨਾਵਾਂ ਹਨ, ਇਸ ਨੂੰ ਉਲਟਾ ਕੇ ਰੱਬ ਦੇ ਵੱਲ ਲਿਆ, ਆਪਣੇ ਸਰੂਪ ਦੇ ਵੱਲ ਲੈ ਕੇ ਆ। ਉਹ ਸਾਡਾ ਮਨ ਹਰ ਵੇਲੇ ਕਿੱਧਰ ਹੈ? ਬਾਹਰ ਮੁਖੀ ਹੈ ਨਾ। ਇਸ ਬਾਹਰ ਮੁਖੀ ਮਨ ਨੂੰ ਉਲਟਾ ਕੇ ਅੰਤਰਮੁਖੀ ਕਰਨਾ ਹੈ ਬਸ। ਉਲਟੀ ਰੇ ਮਨ, ਉਲਟੀ ਰੇ। ਐ ਮੇਰੇ ਮਨ, ਉਲਟਾ ਲੈ, ਉਲਟਾ ਲੈ, ਪਲਟ ਜਾ, ਆਪਣਾ ਮੁਖ ਇੱਧਰ ਕਰ ਲੈ। ਸਾਕਤ ਸਿਉ ਕਰ ਉਲਟੇ ਰੇ। ਫਿਰ ਕਿਸ ਨਾਲ ਉਲਟਾਣਾ ਹੈ ਮੁਖੜਾ? ਮਨਮੁਖ ਖੜਾ ਹੋਵੇ, ਇੱਕ ਪਾਸੇ ਸੱਪ ਹੋਵੇ, ਬੰਦੇ ਨੇ ਕਿੱਧਰ ਜਾਣਾ ਹੈ? ਫਿਰ ਇੱਕ ਸਾਹਮਣੇ ਖੜਾ ਹੈ ਮਨਮੁਖ, ਇੱਧਰ ਖੜਾ ਹੈ ਸੱਪ, ਸੱਪ ਬੈਠਾ ਹੈ ਤਿਆਰ ਬਰ ਤਿਆਰ ਫਰਨੀਅਰ ਨਾਲ, ਕਿੱਧਰ ਜਾਵੇਗਾ? ਸਿਆਣੇ ਕਹਿੰਦੇ ਸੱਪ ਦੇ ਵੱਲ ਚਲਾ ਜਾਈ, ਮਨਮੁਖ ਵੱਲ ਨਾ ਜਾਈ। ਕਿਉਂ ਜੀ? ਸੱਪ ਨੇ ਡੰਗ ਮਾਰਨਾ, ਮਰ ਜਾਵੇਗਾ, ਕੋਈ ਗੱਲ ਨਹੀਂ। ਮਨਮੁਖ ਨੇ ਡੰਗ ਮਾਰਿਆ, ਮਰੇਗਾ ਵੀ, ਜੀਵਨ ਗਰਕ ਵੀ ਹੋਵੇਗਾ ਤੇ ਕਈ ਜੀਵਨ ਖਤਮ ਕਰ ਦੇਗਾ। ਸਾਕਤ ਸਿਉ ਕਰ ਉਲਟੀ ਰੇ। ਸਾਕਤ ਸ਼ਕਤੀ ਦੇ ਪੁਜਾਰੀ, ਮਾਇਆ ਦੇ ਪੁਜਾਰੀ, ਮਨਮੁਖ ਬਿਰਤੀ ਵਾਲੇ, ਉਹਨਾਂ ਤੋਂ ਮੇਰੇ ਮਨਾ ਆਪਣੀ ਬਿਰਤੀ ਉਲਟਾ। ਸੰਕੋਚ ਕਰ ਕਿ ਜਿਹੜੀ ਤੇਰੀ ਬਿਰਤੀ ਬਾਹਰ ਮੁਖੀ ਜਾ ਰਹੀ ਹੈ, ਇਸ ਤੋਂ ਸੰਕੋਚ ਕਰਕੇ ਅੰਦਰ ਲੈ ਕੇ ਆ। ਵਾਹਿਗੁਰੂ ਵਾਹਿਗੁਰੂ। ਇਹ ਬਿਰਤੀ ਜਿਤਨੀ ਅੰਦਰ ਜਾਵੇਗੀ ਨਾ ਉਤਨਾ ਭਲਾ ਹੋਵੇਗਾ। ਖਾਲਸਾ ਜੀ, ਸਾਕਤ ਸਿਉ ਕਰ ਉਲਟੀ ਰੇ। ਐ ਮੇਰੇ ਮਨਾ, ਸਾਕਤ ਸ਼ਕਤੀ ਦੇ ਪੁਜਾਰੀ, ਮਾਇਆ ਦੇ ਪੁਜਾਰੀ, ਮਨਮੁਖ ਬੰਦਿਆਂ ਤੋਂ ਆਪਣੀ ਬਿਰਤੀ ਉਲਟਾ ਲੈ। ਝੂਠਾ ਕੀਰ ਝੂਠ ਪਰੇਤ, ਛੁਟਕੇ ਰੇ ਮਨ ਛੁਟਕੇ ਰੇ। ਮਨਾ, ਮਾਇਆ ਦੀ ਪ੍ਰੀਤ ਝੂਠੀ ਹੈ। ਝੂਠੀ ਨਾਲ ਤੂੰ ਪ੍ਰੀਤ ਬਾਰਿਆ, ਤੇਰੀ ਪ੍ਰੀਤ ਵੀ ਝੂਠੀ ਬਣ ਗਈ। ਫਿਰ ਤਾਂ ਜਿਹੜੀ ਵਸਤੂ ਨਾਸ਼ਵਾਨ ਹੈ, ਜਿਹੜਾ ਦੁਨਿਆਵੀ ਪਿਆਰ ਨਾਸ਼ਵਾਨ ਹੈ,
ਉਸ ਨਾਲ ਤੂੰ ਮੋਹ ਪਾ ਰਿਹਾ ਹੈ, ਇਹ ਵੀ ਝੂਠ ਹੈ। ਝੂਠੇ ਸਰੀਰਾਂ ਨਾਲ ਤੂੰ ਸਰੀਰ ਦਾ ਮੋਹ ਪਾ ਰਿਹਾ, ਇਹ ਵੀ ਝੂਠ ਹੈ। ਝੂਠੀ ਵਾਸ਼ਨਾ ਨਾਲ ਆਪਣੀ ਵਾਸ਼ਨਾ ਜੋੜ ਰਿਹਾ, ਇਹ ਵੀ ਝੂਠੀ ਹੈ। ਮਨਾ ਇਹਨੂੰ ਮੋੜ, ਨਹੀਂ ਮੋੜੇਗਾ ਨੁਕਸਾਨ ਤੇਰਾ ਹੋਵੇਗਾ। ਝੂਠੈ ਕੀਰੇ ਝੂਠ ਪਰੀਤ, ਜਿਹੜੀ ਵਸਤੂ ਹੈ ਹੀ ਝੂਠੀ ਹੈ, ਮਾਇਆ ਹੈ ਹੀ ਝੂਠੀ ਹੈ, ਪਰ ਮਨ ਵੀ ਬਾਰ-ਬਾਰ ਭਜਦਾ ਉਸ ਵੱਲ। ਦੇਖੋ, ਆਖੋ ਸਤਨਾਮ, ਬਾਰ-ਬਾਰ ਭਜਦਾ। ਦੇਖੋ, ਤਾਂ ਹੀ ਸਾਡੇ ਮਨਾਂ ਵਿੱਚ ਕੋਈ ਟਿਕਾ ਨਹੀਂ ਆਉਂਦਾ। ਸਵੇਰੇ ਸਵੇਰੇ ਖਿਆਲ ਆ ਰਿਹਾ ਸੀ, ਬੰਦਾ ਕਰਦਾ ਕੀ ਹੈ? ਅਸੀਂ ਸਾਰੇ ਅੱਗੇ ਤੋਂ ਅੱਗੇ ਦੌੜ ਰਹੇ ਹਾਂ, ਅੱਗੇ ਤੋਂ ਅੱਗੇ ਦੌੜ ਰਹੇ ਹਾਂ। ਹੁਣ ਇਹ ਕਰਨਾ ਹੈ, ਹੁਣ ਇਹ ਕਰਨਾ ਹੈ, ਹੁਣ ਇਹ ਕਰਨਾ ਹੈ, ਅੱਗੇ ਤੋਂ ਅੱਗੇ ਬਿਰਤੀ ਦੌੜ ਰਹੀ ਹੈ। ਇਹ ਕੀ ਹੈ? ਇਹ ਮਾਇਆ ਦੀ ਬਿਰਤੀ ਹੈ। ਜਿਵੇਂ ਕੋਈ ਬੰਦਾ ਪਾਠ ਕਰਦਾ ਹੋਵੇ, ਪਾਠ ਕਰਦਾ, ਜੋ ਸ਼ਬਦ ਪੜ੍ਹ ਰਿਹਾ ਨਾ, ਸੋਚਦਾ ਵੀ ਅੱਗੇ ਕਿਹੜਾ ਆਵੇਗਾ, ਉਹਨੂੰ ਛੱਡਤਾ ਜਿਹੜਾ ਪੜ੍ਹਨਾ ਸੀ, ਅੱਗੇ ਧਿਆਨ ਪਹੁੰਚ ਗਿਆ ਵੀ ਅੱਗੇ ਕਿਹੜਾ ਆਵੇਗਾ, ਗਿਣਤੀ ਮਿਣਤੀ। ਹੁਣ ਕੀ ਕਰਨਾ ਹੈ? ਇਸ ਤੋਂ ਬਾਅਦ ਕੀ ਕਰਨਾ ਹੈ? ਧਿਆਨ ਅੱਗੇ ਤੋਂ ਅੱਗੇ ਚਲੀ ਜਾਂਦਾ ਹੈ। ਜਿਹੜਾ ਪੜ੍ਹਦੇ ਸੀ, ਸਿਮਰਦੇ ਸੀ, ਉਹ ਤਾਂ ਖਤਮ ਹੋ ਗਿਆ। ਇਹਨੂੰ ਕਹਿੰਦੇ ਮਾਇਆ, ਜਿਹੜੀ ਬਿਰਤੀ ਨੂੰ ਖਿੰਡਾ ਰਹੀ ਹੈ। ਪਾਠ ਕਰਦੇ ਵੀ ਮਾਇਆ, ਬਿਰਤੀ ਦਾ ਖਿੰਡਾਵ ਮਾਇਆ ਹੈ। ਖਾਲਸਾ ਜੀਓ, ਜਿਹੜੀ ਬਿਰਤੀ ਜੁੜੀ ਹੋਈ ਹੈ, ਵਾਹਿਗੁਰੂ 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 ਵਾਹਿਗੁਰੂ, ਇਹੀ ਟਿਕਾਵੇਗਾ। ਬਸ ਇਹੀ ਟਿਕਾ ਬਖਸ਼ਿਸ਼ ਕਰੇਗਾ। ਬਾਕੀ ਮੇਰੇ ਮਨਾ ਤੇਰੀ ਬਿਰਤੀ ਦੌੜੀ ਜਾ ਰਹੀ ਹੈ, ਦੌੜੀ ਜਾ ਰਹੀ ਹੈ। ਰੋਕ ਲੈ ਇਹਨੂੰ, ਜੇ ਰੋਕ ਲਵੇਂਗਾ ਭਲਾ ਹੋਵੇਗਾ। ਝੂਠੈ ਕੀਰੇ ਝੂਠ ਪ੍ਰੀਤ, ਝੂਠੀ ਵਸਤੂਆਂ, ਝੂਠੀ ਚੀਜ਼ਾਂ, ਉਹਦਾ ਪਿਆਰ ਵੀ ਝੂਠਾ ਹੀ ਹੈ। ਖਾਲਸਾ ਜੀਓ, ਚੁਟਕੀ ਰੇ ਮਨ ਚੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ ਮਨਾ, ਛੁਟਕੀ ਰੇ ਮਨ। ਛੁਟਕਾਰਾ ਪ੍ਰਾਪਤ ਕਰਨਾ ਹੈ, ਮੁਕਤੀ ਲੈਣੀ ਹੈ। ਜੇ ਸੋਚਦਾ ਮੈਂ ਮਾਇਆ ਤੋਂ, ਮਨਮੁਖਾਂ ਤੋਂ ਮੁਖ ਨਾ ਮੋੜਾਂ ਤਾਂ ਵੀ ਮੇਰੀ ਮੁਕਤੀ ਹੋ ਜਾਏਗੀ, ਨਾ ਭਾਈ। ਸਾਕਤ ਸਿਉ, ਸਾਕਤ ਸੰਗ ਨਾਲ ਆਪਣਾ ਮੁਖ ਤੋੜ। ਸਾਕਤ ਸੰਗ ਨਾ ਛੁਟਕੀ ਰੇ, ਛੁਟਕਾਰਾ ਨਹੀਂ ਹੋਣਾ ਸਾਕਤਾ ਦਾ ਸੰਗ ਕਰਕੇ। ਇਹ ਤਾਂ ਸਾਕਤ ਦਾ ਸੰਗ ਕੈਸਾ ਹੈ, ਅੱਗੇ ਦੱਸਦੇ ਹਨ। ਰਹਾਉ, ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਂਹ ਫਰਮਾਨ ਕਰਦੇ ਹਨ। ਜਿਉ ਕਾਜਰ ਭਰ ਮੰਦਰ ਰਾਖਿਓ, ਜੋ ਪੈਸਾ ਕਾਲੂ ਖੀਰੇ। ਜਿਵੇਂ ਇੱਕ ਕਮਰਾ, ਇੱਕ ਕੋਠਾ, ਇੱਕ ਮਕਾਨ ਕਾਲੇ ਕੱਜਲ ਨਾਲ ਭਰਿਆ ਹੋਇਆ, ਕਾਲਾ ਸੁਰਮਾ ਨੱਕੋ ਨੱਕ। ਕੋਈ ਬੰਦਾ ਉਹਦੇ ਵਿੱਚ ਚਲਾ ਗਿਆ ਵੀ ਲੰਘ ਕੇ ਮੈਂ ਪਰਲੇ ਪਾਸੋਂ ਚਲਾ ਜਾਵਾਂ। ਕੱਪੜੇ ਉਹਨੇ ਸਾਫ਼ ਚਿੱਟੇ ਪਾਏ, ਨਹਾ ਧੋ ਕੇ ਉਹਨੇ ਕਿਸੇ ਕੰਮ ਲਈ ਅੱਗੇ ਜਾਣਾ ਹੈ। ਰਸਤੇ ਵਿੱਚ ਉਹ ਕਮਰੇ ਚੋਂ ਲੰਘ ਕੇ ਜਾਣਾ ਹੈ, ਲੰਘ ਕੇ ਜਾਈ ਜਾ ਰਿਹਾ। ਆਲੇ ਦੁਆਲੇ ਹੁਣ ਖਾਲਸਾ ਜੀਓ ਕੱਜਲ ਹੀ ਹੈ, ਕਾਲਾ ਹੈ। ਉਹਦੇ ਕੱਪੜੇ ਵੀ ਗੰਦੇ, ਹੱਥ ਪੈਰ ਵੀ ਨਾਲ ਲੱਗੇ, ਮੂੰਹ ਵੀ ਗੰਦਾ ਹੋ ਗਿਆ। ਬਾਹਰ ਗਿਆ, ਕਿਸੇ ਨੇ ਪੁੱਛਿਆ ਕਿੱਥੋਂ ਆਇਆ? ਘਰੋਂ ਆਇਆ ਜੀ, ਨਹਾ ਧੋ ਕੇ ਆਇਆ ਸੀ, ਕੱਪੜੇ ਚਿੱਟੇ ਪਾ ਕੇ ਆਇਆ ਸੀ। ਇਹ ਕੀ ਹੋ ਗਿਆ?
ਕਹਿੰਦੇ ਕਾਲੇ ਕੱਜਲ ਵਾਲੇ ਕਮਰੇ ਚੋਂ ਬਾਹਰ ਲੰਘਿਆ ਸੀ, ਉੱਥੋਂ ਇਹ ਹਾਲ ਹੋ ਗਿਆ ਹੈ। ਇਹ ਸਾਡਾ ਹਾਲ ਹੈ। ਜਿਉ ਕਾਜਰ ਭਰ ਮੰਦਰ ਰਾਖਿਓ, ਜਿਵੇਂ ਕਾਜਰ ਕੱਜਲ ਸੁਰਮਾ ਭਰ ਮੰਦਰ ਰਾਖਿਓ, ਨੱਕੋ ਨੱਕ ਕਮਰਾ ਭਰਿਆ ਹੋਇਆ ਹੈ, ਭਰ ਕੇ ਰੱਖਿਆ ਹੋਇਆ। ਜੋ ਪੈਸਾ ਜਿਹੜਾ ਵਿੱਚ ਪੈ ਗਿਆ ਚਲਾ ਗਿਆ, ਕਾਲੂ ਖੀਰੇ, ਉਹਨੂੰ ਕਾਲਖ ਦਾਗ ਜ਼ਰੂਰ ਲੱਗੇਗਾ। ਇਹ ਦੁਨੀਆ ਕੱਜਲ ਦੀ ਕੋਠੜੀ ਹੈ ਖਾਲਸਾ ਜੀਓ। ਜਿਹੜਾ ਇਸ ਵਿੱਚ ਆ ਗਿਆ ਉਹਨੂੰ ਦਾਗ ਜ਼ਰੂਰ ਲੱਗੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਤਾਂ ਸਿੱਧ ਜੋਗੀ ਡਰਦੇ ਸਨ ਗ੍ਰਸਤੀ ਤੋਂ, ਤੇ ਗ੍ਰਸਤੀ ਨਹੀਂ ਬਣਨਾ, ਸਾਨੂੰ ਕੱਜਲ ਕਾਲਕ ਦਾ ਦਾਗ ਲੱਗ ਜਾਏਗਾ। ਪਾਤਸ਼ਾਹ ਕਹਿੰਦੇ ਨਹੀਂ, ਐਵੇਂ ਵੀ ਨਹੀਂ ਹੁੰਦਾ, ਬਚਾਅ ਵੀ ਹੋ ਜਾਏਗਾ। ਬਚਾਅ ਕਿਵੇਂ ਹੋਵੇਗਾ? ਕਿ ਗੁਰੂ ਪਾਤਸ਼ਾਹ ਤੁਸੀਂ ਬਚਾਣਾ ਹੈ, ਬਸ ਹਰ ਵੇਲੇ ਅਰਦਾਸ ਬੇਨਤੀ ਹੈ। ਹਰ ਵੇਲੇ ਅਰਦਾਸ ਬੇਨਤੀ ਸਿਮਰਨ ਹੋਵੇ ਤੇ ਮਹਾਰਾਜ ਬਚਾ ਲੈਂਦੇ ਹਨ। ਥੋੜਾ ਜਿਹਾ ਵੀ ਮਾਣ ਆ ਗਿਆ ਕਿ ਮੈਂ ਬਚ ਗਿਆ, ਨਾਲ ਹੀ ਖਾਲਸਾ ਜੀਓ ਬੰਦਾ ਫਸ ਜਾਂਦਾ ਹੈ। ਇਹ ਗ੍ਰਸਤੀ ਧਰਮ ਸਭ ਤੋਂ ਸ੍ਰੇਸ਼ਟ ਹੈ, ਭਾਵੇਂ ਇੱਥੇ ਦੁੱਖ ਭਰੇ ਹੋਏ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਗਭਗ ਹਰ ਗ੍ਰਸਤੀ ਵਿੱਚ, ਹਰ ਘਰ ਵਿੱਚ ਦੁੱਖ ਹਨ, ਪਰ ਪਾਤਸ਼ਾਹ ਬਚਾ ਲੈਂਦੇ ਹਨ ਆਪਣੇ ਪਿਆਰਿਆਂ ਨੂੰ ਆਪਣੇ ਸਿਮਰਨ ਦੀ ਸ਼ਕਤੀ ਦੇ ਕੇ। ਤੇ ਮਨਮੁਖਾਂ ਦਾ ਸੰਗ ਇਹ ਕੱਜਲ ਦੀ ਕੋਠੜੀ ਹੈ, ਉਹਨਾਂ ਦਾ ਸੰਗ ਨਾ ਕਰੀ। ਗੁਰਮੁਖਾਂ ਦਾ ਸੰਗ ਕਰਨ ਲਈ ਕੋਈ ਗੱਲ ਨਹੀਂ। ਗੁਰਮੁਖਾਂ ਦਾ ਸੰਗ ਕਰਦੇ, ਸੇਵਾ ਕਰਦੇ, ਕੱਪੜੇ ਗੰਦੇ ਵੀ ਹੋ ਗਏ ਨਾ ਤੇ ਮਨ ਸ਼ੁੱਧ ਹੋ ਜਾਏਗਾ। ਮਨਮੁਖਾਂ ਦਾ ਸੰਗ ਕਰਦੇ ਜੇ ਕੱਪੜੇ ਸਾਫ਼ ਵੀ ਪਾਏ ਤੇ ਮਨ ਗੰਦਾ ਹੋ ਜਾਏਗਾ। ਗੱਲ ਤਾਂ ਮਨ ਦੀ ਗੱਲ ਹੈ ਨਾ। ਮਨਮੁਖਾਂ ਦਾ ਸੰਗ ਕਰਕੇ ਅੱਜ ਕੱਲ੍ਹ ਕੱਪੜੇ ਚਿੱਟੇ ਤੁਸੀਂ ਪਾ ਕੇ ਘੁੰਮਦੇ ਲੀਡਰ, ਚਿੱਟੇ ਦੁੱਧ ਕੱਪੜੇ ਤੇ ਨਾਮ ਕੀ ਹੈ ਫਲਾਣਾ ਢਿਮਕਾ। ਤੇ ਖਾਲਸਾ ਜੀ ਕੱਪੜੇ ਤਾਂ ਚਿੱਟੇ ਤੇ ਮਨ ਕਾਲੇ। ਪਾਤਸ਼ਾਹ ਕਹਿੰਦੇ ਜੇ ਗੁਰਮੁਖਾਂ ਦਾ ਸੰਗ ਕਰਾਂਗੇ, ਕੱਪੜੇ ਭਾਵੇਂ ਗੰਦੇ ਵੀ ਹੋ ਗਏ, ਗੁਰਸਿੱਖਾਂ ਦੀ ਧੂੜੀ ਨਾਲ, ਸੇਵਾ ਨਾਲ ਕੋਈ ਗੱਲ ਨਹੀਂ, ਮਨ ਤਾਂ ਸ਼ੁੱਧ ਹੁੰਦਾ ਹੈ। ਉਹ ਮਨ ਸ਼ੁੱਧ ਹੋ ਜਾਏਗਾ, ਤੇਰਾ ਮਨ ਗੰਦਾ ਨਹੀਂ ਹੋਵੇਗਾ। ਇਸ ਕਰਕੇ ਮੇਰੇ ਮਨਾ, ਜੋ ਪੈਸਾ ਕਾਲੂ ਖੀਰੇ, ਜਿਹੜਾ ਮਨਮੁਖਾਂ ਦੀ ਸੰਗਤ ਵਿੱਚ ਪੈ ਗਿਆ, ਉਹਨੂੰ ਕਾਲਖ ਦਾਗ ਲੱਗਣੀ ਹੀ ਲੱਗਣੀ ਹੈ। ਜੋ ਰਹੋ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੇ ਤ੍ਰਿਕੁਟੀ ਰੇ। ਹਾਂ, ਜੇ ਗੁਰੂ ਨਾਲ ਕੋਈ ਮਿਲ ਗਿਆ ਨਾ, ਉਹ ਦੂਰੋਂ ਹੀ ਮਾਇਆ ਛੱਡ ਕੇ ਪਰੇ ਹਟ ਜਾਏਗੀ। ਨਾ ਭਾਈ ਇਹਦੇ ਕੋਲ ਨਹੀਂ ਜਾਣਾ। ਮਨਮੁਖ ਦੂਰੋਂ ਹੀ, ਖਾਲਸਾ ਜੀ ਭਲੇ ਤੋਂ ਦੂਰ ਹੀ ਰਹਿ ਭਾਈ। ਮਨਮੁਖ ਫਿਰ ਨੇੜੇ ਵੀ ਨਹੀਂ ਆਉਂਦੇ। ਨਾ ਭਾਈ ਇਹਦੇ ਨੇੜੇ ਜਾਣਾ। ਇਹ ਤਾਂ ਹਰ ਵੇਲੇ ਸਿਮਰਨ ਨਹੀਂ ਕਰੀ ਜਾਂਦਾ ਹੈ, ਇਹ ਤਾਂ ਹਰ ਵੇਲੇ ਬਾਣੀ ਪੜ੍ਹੀ ਜਾਂਦਾ ਹੈ। ਕੋਈ ਗੁਰਮੁਖ ਹਰ ਵੇਲੇ ਨਾ ਬਾਣੀ ਪੜ੍ਹੀ ਜਾਂਦੇ। ਦੂਜਾ ਬੰਦਾ ਕੋਲ ਆਉਂਦਾ ਗੱਲਾਂ ਕਰਨ ਲਈ, ਉਹ ਟਾਈਮ ਨਹੀਂ ਮਿਲਦਾ, ਕਹਿੰਦੇ ਚੱਲ ਯਾਰ ਕਿਤੇ ਹੋਰ ਚਲੀਏ, ਇਹਨੇ ਗੱਲ ਕਰਨੀ ਨਹੀਂ ਸਾਡੇ ਨਾਲ। ਇਸੇ ਤਰ੍ਹਾਂ ਜਿਹੜੇ ਗੁਰੂ ਨਾਲ ਮਿਲ ਕੇ ਜਿਹਨਾਂ ਦੀ ਤ੍ਰਿਕੁਟੀ ਛੁੱਟ ਗਈ, ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਪ੍ਰਮਾਤਾ ਪ੍ਰਮਾਨ ਪ੍ਰਵੇ, ਜਿੱਥੇ ਇਹ ਤਿੰਨੋਂ ਇੱਕ ਹੋ ਗਏ ਉਹਨੂੰ ਕਹਿੰਦੇ ਬਸ ਤ੍ਰਿਕੁਟੀ ਛੁੱਟ ਗਈ, ਸੰਸੇ ਭਰਮ ਖਤਮ ਹੋ ਗਏ। ਜਾਂ ਫਿਰ ਖਾਲਸਾ ਜਿਨ੍ਹਾਂ ਦਾ ਧਿਆਨ 10ਵੇਂ ਦਵਾਰ ਵਿੱਚ ਜੁੜ ਗਿਆ ਹੈ ਤੇ ਉੱਥੇ ਮਾਇਆ ਤੰਗ ਨਹੀਂ ਕਰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ, ਜਿਹਦੀ ਗੁਰੂ ਨਾਲ ਮਿਲ ਕੇ, ਆਪਣੇ ਆਪ ਨਹੀਂ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦਾ ਸੰਗ ਕਰਦੇ, ਜਿਹਦੀ ਤ੍ਰਿਕੁਟੀ ਛੁੱਟ ਗਈ, ਭਾਵ 10ਵੇਂ ਦਵਾਰ ਵਿੱਚ ਪਹੁੰਚ ਗਿਆ, ਉੱਥੇ ਵੀ ਜਪਦਾ ਹੈ, ਉੱਥੇ ਵੀ ਲੀਨ ਰਹਿੰਦਾ ਹੈ, ਤੇ ਉੱਥੇ ਇਹ ਮਾਇਆ ਤੰਗ ਨਹੀਂ ਕਰਦੀ। ਮੰਗੋ ਦਾਨ ਕਿਰਪਾਲ ਕਿਰਪਾ ਨਿਧ,
ਮੇਰਾ ਮੁਖ ਸਾਕਤ ਸੰਗ ਨ ਜੁਟ ਸੇਰ। ਐ ਰੱਬ ਜੀ ਆਪ ਤੋਂ ਦਾਤ ਮੰਗਦੇ ਆ, ਦੇ ਦੋਗੇ ਮਹਾਰਾਜ? ਪਾਤਸ਼ਾਹ ਕਹਿੰਦੇ ਲੈ ਜਾ ਭਾਈ, ਮੰਗੋ ਦਾਨ, ਦਾਨ ਮੰਗਦੇ ਹਾਂ। ਕਿਰਪਾਲ ਕਿਰਪਾ ਨਿਧ, ਕਿਰਪਾਲੂ ਹੋ, ਕਿਰਪਾ ਦੇ ਖਜ਼ਾਨੇ ਹੋ ਪਾਤਸ਼ਾਹ, ਇੱਕ ਦਾਤ ਦੇ ਦਿਓ ਕਿ ਮੇਰਾ ਮਨ ਨਾ ਜੁੜੇ ਮਨਮੁਖਾਂ ਨਾਲ। ਮਨਮੁਖਾਂ ਨਾਲੋਂ ਟੁੱਟਿਆ ਭਲੇ, ਭਾਵੇਂ ਪਾਤਸ਼ਾਹ ਥੋੜਾ ਖਾ ਲਈਏ ਭਲਾ ਖਾ ਲਈਏ, ਥੋੜਾ ਸੋ ਲਈਏ ਭਲਾ ਸੋ ਲਈਏ, ਕੱਪੜੇ ਜਿਵੇਂ ਮਰਜ਼ੀ ਪਾ ਲਈਏ ਭਲੇ ਪਾ ਲਈਏ ਪਾਤਸ਼ਾਹ, ਪਰ ਮਹਾਰਾਜ ਇਹ ਮੁਖੜਾ, ਇਹ ਮਨ ਨਾ ਜੁੜੇ ਮਨਮੁਖਾਂ ਨਾਲ। ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪੱਗਾ ਹੇਠ ਰੁਲ ਸੇਰ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ, ਜਨ ਨਾਨਕ ਦਾਸ, ਦਾਸ ਕੋ ਕਰਿਓ। ਪਾਤਸ਼ਾਹ ਸਾਨੂੰ ਆਪਣੇ ਦਾਸਾਂ ਦੇ ਦਾਸ ਬਣਾ ਲਓ ਮਹਾਰਾਜ, ਮੈਂ ਉਹਨਾਂ ਦਾ ਵੀ ਦਾਸ ਬਣ ਜਾਵਾਂ। ਮੇਰਾ ਮੂੰਡ ਮੇਰਾ ਸਿਰ ਸਾਧ ਪਗਾ ਹੇਠ ਰੁਲਸੀ ਰੇ, ਸਾਧੂ ਮਹਾਂਪੁਰਖਾਂ ਦੇ ਚਰਨਾਂ ਵਿੱਚ ਇਹ ਸਿਰ ਪੈ ਜਾਵੇ ਪਾਤਸ਼ਾਹ, ਉੱਥੇ ਰੁਲਦਾ ਰਵੇ। ਰੁਲਦਾ ਰਵੇ ਕਿ ਮਿੱਟੀ 'ਚ ਰਵੇ, ਉੱਥੇ ਮਿੱਟੀ ਭਲੀ ਹੈ, ਸਾਧੂ ਮਹਾਂਪੁਰਖਾਂ ਦੀ ਧੂੜੀ ਭਲੀ ਹੈ, ਪਰ ਮਨਮੁਖਾਂ ਦੀ ਜਿਹੜੀ ਕਹਿ ਲੋ ਸੰਗ, ਉਹਨਾਂ ਦੀ ਸੰਗਤੀ ਕਰਨੀ, ਉਹਨਾਂ ਦੀ ਕਹਿ ਲੋ ਮਿੱਟੀ ਕਾਲਕ ਲੱਗਣੀ, ਉਹ ਬੁਰੀ ਹੈ ਖਾਲਸਾ ਜੀਓ। ਇਹ ਪਾਤਸ਼ਾਹ ਕਿਰਪਾ ਕਰਨ, ਸਾਡਾ ਮਨ ਇਹਨੂੰ ਮਹਾਰਾਜ ਆਪਣੇ ਵੱਲ ਮੋੜਨ। ਕਈ ਵਾਰੀ ਇਹ ਸ਼ਬਦ ਪੜ੍ਹਿਆ ਹੈ, ਸੁਣਿਆ ਹੈ ਆਪ ਸਮੂਹ ਸੰਗਤਾਂ ਨੇ, ਪਰ ਅਜੇ ਵੀ ਮਨ ਤੇ ਅਸਰ ਨਹੀਂ ਪੈਂਦਾ। ਕਿਉਂ ਨਹੀਂ ਪੈਂਦਾ ਜੀ? ਲਗਭਗ ਸੈਂਕੜੇ ਵਾਰੀ ਇਹ ਸ਼ਬਦ ਦੀ ਵਿਚਾਰ ਵੀ ਸੁਣ ਲਈ ਹੋਣੀ, ਸਭ ਨੂੰ ਯਾਦ ਵੀ ਹੋਣਾ, ਮਨ ਤੇ ਅਸਰ ਨਹੀਂ ਪੈਂਦਾ ਜੀ। ਮਨ ਹੀ ਐਸਾ ਕਾਲਾ ਸ਼ਾਹ ਬਣਿਆ, ਸੁਣਦਾ ਹੈ ਪਰ ਮੰਨਦਾ ਨਹੀਂ, ਮੰਨਦਾ ਹੈ ਪਰ ਖਾਲਸਾ ਜੀ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਨਹੀਂ। ਮਨ ਰੱਬ ਦੇ ਵੱਲ ਚੱਲ, ਮਨਮੁਖਾਂ ਤੋਂ ਤੋੜ, ਮਾਇਆ ਤੋਂ ਤੋੜ ਤੇ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਕਰ। ਅਰਦਾਸ ਕਰੀਏ, ਪਾਤਸ਼ਾਹ ਤੁਸੀਂ ਕਿਰਪਾ ਕਰਨੀ, ਇਸ ਮਨ ਨੂੰ ਅੰਤਰਮੁਖੀ ਲੈ ਕੇ ਜਾਣਾ, ਬਾਹਰ ਮੁਖੀ ਤਰੰਗਾਂ ਤੋਂ ਬਚਾ ਕੇ ਰੱਖਣਾ। ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਫਿਰ ਆਪ ਸਮੂਹ ਸੰਗਤਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਖਾਲਸਾ ਜੀ। ਅੱਜ ਵਿਆਹ ਦੀ ਦਾਤ ਤੋਂ ਪਾਤਸ਼ਾਹ ਤੋਂ ਇਹੀ ਮੰਗ ਲਈਏ ਮਹਾਰਾਜ, ਅਸਲ ਖੁਸ਼ੀਆਂ ਦੇਣਾ, ਆਨੰਦ ਦੇਣਾ। ਵਿਆਹ ਕਹਿੰਦੇ ਆਤਮਾ ਪਰਮਾਤਮਾ ਦਾ ਮਿਲਾਪ ਹੋ ਜਾਵੇ, ਇਹ ਮਨ ਟਿਕ ਜਾਵੇ ਪਾਤਸ਼ਾਹ, ਇਹ ਦਾਤ ਸਾਨੂੰ ਸਭਨਾਂ ਨੂੰ ਦੇਣਾ। ਇਤਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।